सारे मिल के गुरु का कीर्तन करिए। सो सारे स्क्रीन ते देख के शब्द नूं गायन करो। तेरा किया मीठा लागे, तेरा किया मीठा लागे, हर नाम पदार्थ नानक मांगे, हर नाम पदार्थ नानक मांगे। तेरा किया मीठा लागे, तेरा हर नाम पदार्थ नानक मांगे, हर नाम पदार्थ नानक मांगे। हर का नाम हृदय नित ध्याई, हर का नाम हृदय नित ध्याई, संगी साथी सगल तराई, संगी साथी सगल तराई। गुर मेरे संग सदा है नाले, गुर मेरे गुर मेरे संग सदा है नाले, सिमर सिमर तिस सदा समाले, सिमर सिमर तिस सदा समाले। तेरा किया मीठा लागे, तेरा किया मीठा लागे, हर नाम पदार्थ नानक मांगे, नाम पदार्थ नानक मांगे, हर नाम पदार्थ नानक मांगे, हर नाम पदार्थ नानक मांगे। वाहिगुरु। सो प्यारी साध संगत जी, धन धन साहिब श्री गुरु अर्जन देव महाराज जी दे शहीदी गुरपुरब ਨੂੰ ਮੁੱਖ ਰੱਖਦਿਆਂ ਅੱਜ ਦੇ ਦੀਵਾਨ ਸਜਾਏ ਗਏ ਹਨ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਕਿਵੇਂ ਹੋਈ ਤੇ ਕੀ ਕਾਰਨ ਸੀ ਸ਼ਹੀਦੀ ਦੇ। ਆਓ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਬੈਠੀਏ ਤੇ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਵੱਡੇ ਭਰਾ ਪਿਰਥੀ ਚੰਦ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਬਹੁਤ ਲੱਗਦੇ ਸਨ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਮਿਲੀ ਤੇ ਪਿਰਥੀ ਚੰਦ ਵੱਡਾ ਭਰਾ ਕਹਿੰਦਾ ਸੀ ਇਹ ਹੱਕ ਮੇਰਾ ਸੀ ਗੁਰਗੱਦੀ ਦਾ, ਵੀ ਮੈਨੂੰ ਮਿਲਣੀ ਚਾਹੀਦੀ ਸੀ, ਵੱਡਾ ਮੈਂ ਸੀ।
ਇਸ ਕਰਕੇ ਉਹ ਸ਼ੁਰੂ ਤੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਲੱਗਦਾ ਸੀ। ਉਹਨੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਸ਼ਿਕਾਇਤ ਵੀ ਕੀਤੀ ਬਈ ਜਾ ਕੇ ਇਹ ਕਿਹਾ ਵੀ ਮੈਨੂੰ ਮੇਰੀ ਗੁਰਗੱਦੀ ਦਿਵਾਈ ਜਾਵੇ, ਵੀ ਮੇਰਾ ਹੱਕ ਬਣਦਾ ਹੈ, ਵੱਡਾ ਪੁੱਤਰ ਗੁਰੂ ਦਾ ਮੈਂ ਹਾਂ ਤੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਮਿਲੀ ਹੈ ਤੇ ਇਹ ਗੁਰਗੱਦੀ ਦਾ ਹੱਕਦਾਰ ਮੈਂ ਹਾਂ, ਵੀ ਮੈਨੂੰ ਮਿਲਣੀ ਚਾਹੀਦੀ ਹੈ। ਪਰ ਰਾਜੇ ਨੇ ਕਿਹਾ ਵੀ ਕੋਈ ਗੱਲ ਨਹੀਂ, ਦੇਖਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆ ਕੇ ਜਦੋਂ ਜਹਾਂਗੀਰ ਬਾਦਸ਼ਾਹ ਦੇ ਪਿਤਾ ਜੀ ਮਿਲੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਿਉਂਕਿ ਪ੍ਰਿਥੀ ਚੰਦ ਨੇ ਇੱਥੋਂ ਤੱਕ ਵੀ ਕਿਹਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਬੀੜ ਬਣਾਈ ਹੈ, ਇੱਕ ਗ੍ਰੰਥ ਤਿਆਰ ਕੀਤਾ ਹੈ ਜਿਹਦੇ ਵਿੱਚ ਇਸਲਾਮ ਧਰਮ ਨੂੰ ਮਾੜਾ ਕਿਹਾ ਹੈ, ਬੜਾ ਭੜਕਾਇਆ। ਪਰ ਜਦੋਂ ਜਹਾਂਗੀਰ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬਾਣੀ ਸਰਵਣ ਕੀਤੀ ਨਾ ਤੇ ਕਹਿਣ ਲੱਗੇ ਆਏ ਪੜ੍ਹ ਕੇ ਸੁਣਾਓ। ਗੁਰੂ ਜੀ ਨੇ ਪੜ੍ਹ ਕੇ ਸੁਣਾਇਆ, ਜਿਵੇਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹੋਰ ਕਈ ਪੰਕਤੀਆਂ ਸੁਣੀਆਂ ਤੇ ਜਹਾਂਗੀਰ ਦੇ ਪਿਤਾ ਨੂੰ ਗੁਰੂ ਪ੍ਰਤੀ ਪਿਆਰ ਵੱਧ ਗਿਆ, ਸ਼ਰਧਾ ਵੱਧ ਗਈ ਵੀ ਇਸ ਗ੍ਰੰਥ ਦੇ ਵਿੱਚ ਤੇ ਐਸੀ ਕੋਈ ਚੀਜ਼ ਹੀ ਨਹੀਂ ਲਿਖੀ ਜਿਹਦੇ ਨਾਲ ਕੋਈ ਵਿਵਾਦ ਖੜਾ ਹੋਵੇ। ਇਹ ਤੇ ਮਨ ਨੂੰ ਠੰਡ ਪੈਂਦੀ ਹੈ ਸੁਣ ਕੇ। ਸੋ ਜਹਾਂਗੀਰ ਦੇ ਪਿਤਾ ਜੀ ਨੇ ਸਮਾਂ ਗੁਰੂ ਜੀ ਨੂੰ 5100 ਮੋਹਰਾਂ ਭੇਟਾ ਕੀਤੀਆਂ ਤੇ ਮਾਫੀ ਵੀ ਮੰਗੀ ਵੀ ਮੇਰੇ ਕੋਲ ਗਲਤੀ ਹੋਈ ਹੈ। ਤੇ ਜਦੋਂ ਜਦੋਂ ਜਹਾਂਗੀਰ ਦੇ ਪਿਤਾ ਜੀ ਚੜ੍ਹਾਈ ਕਰ ਗਏ ਨਾ ਤੇ ਹੁਣ ਗੁਰਗੱਦੀ ਤੇ ਜਹਾਂਗੀਰ ਬੈਠਿਆ। ਇਹ ਤੇ ਪਹਿਲਾਂ ਹੀ ਕੱਟੜਪੰਥੀ ਸੀ ਤੇ ਕੁਝ ਜਿਹੜੇ ਹੋਰ ਕੱਟੜਪੰਥੀ ਇਹਦੇ ਨਾਲ ਰਲ ਗਏ, ਇਹਦੇ ਕੰਨ ਭਰਨ ਲੱਗੇ ਜਹਾਂਗੀਰ ਦੇ, ਬਈ ਜੇ ਤੂੰ ਹਿੰਦੁਸਤਾਨ ਤੇ ਰਾਜ ਕਰਨਾ ਹੈ ਤੇ ਫਿਰ ਮੁਸਲਮਾਨ ਧਰਮ ਨੂੰ ਪ੍ਰਫੁੱਲਤ ਕਰਨਾ ਪਵੇਗਾ, ਭਾਵੇਂ ਪਿਆਰ ਨਾਲ ਭਾਵੇਂ ਜ਼ੋਰ ਦੇ ਨਾਲ। ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰਾ ਵੀ ਨਾਲ ਰਲ ਗਿਆ, ਕਿਉਂਕਿ ਉਹ ਤੇ ਅੱਗੇ ਹੀ ਗੁਰੂ ਜੀ ਨਾਲ ਲੱਗਦਾ ਸੀ। ਤੇ ਉਧਰ ਕੀ ਹੋਇਆ, ਦੂਸਰਾ ਕਾਰਨ ਜਹਾਂਗੀਰ ਬਾਦਸ਼ਾਹ ਦਾ ਜੋ ਦੀਵਾਨ ਸਲਾਹਕਾਰ ਚੰਦੂ ਉਹ ਸਮੇਂ ਨਾ ਪੰਡਤ ਰਿਸ਼ਤਾ ਕਰਿਆ ਕਰਦੇ ਸਨ, ਪੰਡਤ ਰਿਸ਼ਤਾ ਪੱਕਾ ਕਰਿਆ ਕਰਦੇ ਸਨ। ਉਹ ਸਮਾਂ ਸੀ। ਚੰਦੂ ਨੇ ਪੰਡਤਾਂ ਨੂੰ ਕਿਹਾ, ਕਹਿੰਦਾ ਮੇਰੀ ਧੀ ਵਿਆਹਣ ਯੋਗ ਹੋ ਗਈ ਹੈ, ਕੋਈ ਚੰਗਾ ਘਰ ਕੋਈ ਚੰਗਾ ਵਰ ਲੱਭੋ। ਤੇ ਪੰਡਤ ਲੱਭਦੇ ਰਿਸ਼ਤਾ ਲੱਭਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ ਤੇ ਕੋਲ ਗੁਰੂ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਨੇ। ਦਗ ਦਗ ਕਰਦਾ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਜਦੋਂ ਪੰਡਤਾਂ ਨੇ ਦੇਖਿਆ ਤੇ ਦੇਖ ਕੇ ਬੜੇ ਖੁਸ਼ ਹੋਏ। ਗੁਰੂ ਜੀ ਨੂੰ ਮਿਲੇ ਪੰਡਤ ਤੇ ਕਹਿਣ ਲੱਗੇ ਬਈ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਲਈ ਲੈ ਕੇ ਆਏ ਹਾਂ।
ਤੇ ਗੁਰੂ ਜੀ ਨੇ ਉਹ ਰਿਸ਼ਤਾ ਪ੍ਰਵਾਨ ਕਰ ਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਵਾਨ ਕਰ ਲਿਆ। ਹੁਣ ਪੰਡਤ ਬੜੇ ਖੁਸ਼ ਵੀ ਜਾ ਕੇ ਚੰਦੂ ਨੂੰ ਦਸੀਏ। ਚੰਦੂ ਕੋਲ ਆਏ, ਮੁੜ ਕੇ ਆ ਕੇ ਬੜੇ ਖੁਸ਼, ਕਹਿੰਦੇ ਦੀਵਾਨ ਜੀ ਤੁਹਾਡੀ ਲੜਕੀ ਦਾ ਰਿਸ਼ਤਾ ਪੱਕਾ ਕਰ ਆਏ ਆ। ਉਹ ਚੰਦੂ ਕਹਿਣ ਲੱਗਿਆ ਦੱਸੋ ਤੇ ਸਹੀ ਕਿਹੜਾ ਘਰ ਹੈ, ਕਿੱਥੇ ਕਰਕੇ ਆਏ ਹੋ, ਕੌਣ ਹੈ, ਕਿਹਦੇ ਨਾਲ ਰਿਸ਼ਤਾ ਪੱਕਾ ਕਰਕੇ ਆਏ ਹੋ। ਤੇ ਜਦੋਂ ਪੰਡਤਾਂ ਨੇ ਦੱਸਿਆ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਰਿਸ਼ਤਾ ਪੱਕਾ ਕਰ ਆਏ ਆ, ਤੇ ਚੰਦੂ ਕਹਿਣ ਲੱਗਿਆ ਇਹ ਕੀ ਕਰ ਆਏ, ਇਹ ਤੇ ਤੁਸੀਂ ਬਹੁਤ ਮਾੜਾ ਕੀਤਾ ਹੈ। ਉਹਨਾਂ ਦਾ ਗੁਜ਼ਾਰਾ, ਸੰਗਤ ਮੱਥਾ ਟੇਕਦੀ ਹੈ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ। ਮੇਰੀ ਧੀ ਮਹਿਲਾਂ ਵਿੱਚ ਰਹਿਣ ਵਾਲੀ ਤੇ ਤੁਸੀਂ ਸਾਧੂਆਂ ਦੇ ਪੱਲੇ ਪਾਇਆ ਏ। ਐਸੇ ਮਾੜੇ ਬਚਨ ਬੋਲਦਾ ਹੈ ਚੰਦੂ। ਕਹਿਣ ਲੱਗਿਆ ਚਵਾਰੇ ਦੀ ਇੱਟ ਇੱਕ ਮੋਰੀ ਨੂੰ ਲਾਇਆ ਏ। ਆਪਣੇ ਆਪ ਨੂੰ ਚਵਾਰਾ ਤੇ ਗੁਰੂ ਘਰ ਨੂੰ ਨੀਵਾਂ ਦੱਸਦਾ ਹੈ। ਆਪਣੇ ਆਪ ਨੂੰ ਮਹਿਲਾਂ ਵਾਲਾ ਤੇ ਗੁਰੂ ਘਰ ਦੀ ਨਿਰਾਦਰੀ ਕਰਦਾ ਹੈ, ਮਾੜੇ ਬਚਨ ਬੋਲਦਾ ਹੈ। ਹੁਣ ਕਹਿਣ ਲੱਗਿਆ ਹੁਣ ਕੀ ਹੋਵੇ, ਜਦ ਪੱਕਾ ਹੀ ਕਰ ਆਏ ਫਿਰ ਹੁਣ ਕੀ ਕਰਨਾ ਹੈ। ਪਰ ਜਦੋਂ ਉਹ ਗੱਲ ਮੂੰਹ ਵਿੱਚੋਂ ਨਿਕਲੀ, ਉਹ ਫੈਲਦੀ ਗੱਲ ਸੰਗਤਾਂ ਕੋਲ ਚਲੀ ਗਈ। ਸੰਗਤਾਂ ਨੇ ਫਿਰ ਗੁਰੂ ਜੀ ਨੂੰ ਚਿੱਠੀ ਲਿਖੀ ਤੇ ਚਿੱਠੀ ਦੇ ਵਿੱਚ ਲਿਖਿਆ ਗੁਰੂ ਜੀ ਇਹ ਚੰਦੂ ਪਾਪੀ ਗੁਰੂ ਘਰ ਨੂੰ ਨੀਵਾਂ ਦੱਸਦਾ ਹੈ, ਮਾੜੇ ਬਚਨ ਬੋਲਦਾ ਹੈ, ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ ਵੀ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਹੁਣ ਸੰਗਤ ਦਾ ਹੁਕਮ, ਜਦੋਂ ਉਧਰ ਪੰਡਤ ਸ਼ਗਨ ਲੈ ਕੇ ਆਏ ਦੁਬਾਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ, ਤੇ ਗੁਰੂ ਜੀ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ। ਕਹਿਣ ਲੱਗੇ ਇਹ ਰਿਸ਼ਤਾ ਸਾਨੂੰ ਮਨਜ਼ੂਰ ਨਹੀਂ। ਪੰਡਤ ਕਹਿਣ ਲੱਗੇ ਪਹਿਲਾਂ ਤੁਸੀਂ ਤੇ ਹਾਂ ਕੀਤੀ ਹੈ। ਕਹਿਣ ਲੱਗੇ ਹਾਂ ਤੇ ਕੀਤੀ ਸੀ, ਪਰ ਸੰਗਤ ਦਾ ਹੁਕਮ ਹੈ, ਸੰਗਤ ਦਾ ਹੁਕਮ ਨਹੀਂ ਮੋੜ ਸਕਦੀ। ਸੰਗਤ ਨੇ ਹੁਕਮ ਕੀਤਾ ਹੈ ਇਹ ਰਿਸ਼ਤਾ ਨਹੀਂ ਲੈਣਾ ਤੇ ਨਹੀਂ ਲੈਣਾ। ਹੁਣ ਜਦੋਂ ਜਾ ਕੇ ਪੰਡਤ ਦੁਆਰੇ ਚੰਦੂ ਦੇ ਕੋਲ ਗਏ ਤੇ ਜਾ ਕੇ ਬੜੇ ਉਦਾਸ, ਚੰਦੂ ਕਹਿਣ ਲੱਗਿਆ ਕੀ ਗੱਲ ਹੋ ਗਈ, ਬੜੇ ਉਦਾਸ ਹੋ। ਕਹਿਣ ਲੱਗਾ, ਪੰਡਤ ਕਹਿਣ ਲੱਗਿਆ, ਕਹਿੰਦਾ ਗੁਰੂ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ ਹੈ। ਕਹਿੰਦਾ ਨਾ ਕਿਉਂ ਕੀਤੀ? ਕਹਿੰਦਾ ਜੀ ਪੰਡਤ ਕਹਿੰਦਾ ਤੁਸੀਂ ਬੋਲਿਆ ਸੀ ਨਾ ਗੁਰੂ ਘਰ ਨੂੰ ਨੀਵਾਂ ਤੇ ਆਪਣੇ ਆਪ ਨੂੰ ਮਹਿਲਾਂ ਵਾਲੇ ਹੋਰ ਬਚਨ ਬੋਲੇ, ਉਹ ਤੁਸੀਂ ਚੰਗਾ ਨਹੀਂ ਕੀਤਾ। ਇਸੇ ਕਰਕੇ ਗੁਰੂ ਨੇ ਇਹ ਰਿਸ਼ਤੇ ਤੋਂ ਨਾ ਕਰ ਦਿੱਤੀ ਹੈ। ਚੰਦੂ ਨੇ ਚਲੋ ਫਿਰ ਗੁਰੂ ਜੀ ਨੂੰ ਚਿੱਠੀ ਲਿਖੀ। ਇਸ ਵਿੱਚ ਲਿਖਿਆ ਗੁਰੂ ਜੀ ਮੈਂ ਇੰਨੀ ਗੱਲ ਨਹੀਂ ਸੀ ਕੀਤੀ ਜਿੰਨੀ ਲੋਕਾਂ ਨੇ ਵਧਾ ਚੜਾ ਕੇ ਦੱਸੀ ਹੈ, ਪਰ ਫਿਰ ਵੀ ਮੈਂ ਕਹਿੰਦਾ ਹਾਂ ਤੁਸੀਂ ਰਿਸ਼ਤਾ ਕਬੂਲ ਕਰ ਲਓ, ਤੁਹਾਡਾ ਵੀ ਫਾਇਦਾ ਹੈ, ਮੇਰੀ ਵੀ ਇੱਜ਼ਤ ਰਹਿ ਜਾਵੇਗੀ। ਜੇ ਰਿਸ਼ਤਾ ਕਬੂਲ ਨਾ ਕੀਤਾ ਤੇ ਮੇਰੇ ਨਾਲੋਂ ਮਾੜਾ ਵੀ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਜੀ ਨੇ ਫਿਰ ਕਹਿ ਦਿੱਤਾ, ਕਹਿੰਦੇ ਫਿਰ ਜੋ ਕਰਨਾ ਹੈ ਕਰ ਲੈ, ਸੰਗਤ ਦਾ ਹੁਕਮ ਨਹੀਂ ਮੋੜ ਸਕਦੀ। ਹੁਣ ਚੰਦੂ ਹੰਕਾਰਿਆ ਹੋਇਆ ਬੜੀਆਂ ਸਕੀਮਾਂ, ਬੜੇ ਜਹਾਂਗੀਰ ਦੇ ਕੰਨ ਭਰਦਾ ਹੈ ਵੀ ਕਿਸੇ ਤਰ੍ਹਾਂ ਮੈਂ ਗੁਰੂ ਤੋਂ ਬਦਲਾ ਲਵਾਂ ਵੀ ਮੇਰੇ ਨਾਲ ਮੇਰੀ ਲੜਕੀ ਦਾ ਰਿਸ਼ਤਾ ਮੋੜਿਆ ਹੈ। ਹੋਇਆ ਕਿ ਜਦੋਂ ਚੰਦੂ ਨੇ ਪੰਡਤਾਂ ਤੋਂ ਇਹ ਗੱਲ ਸੁਣੀ ਵੀ ਸਾਫ਼ ਜਵਾਬ ਦੇ ਦਿੱਤਾ ਹੈ, ਤੇ ਫਿਰ ਚੰਦੂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ ਬਈ ਗੁਰੂ ਨੇ ਜੋ ਗ੍ਰੰਥ ਬਣਾਇਆ ਹੈ ਨਾ, ਉਹਦੇ ਵਿੱਚ ਉਹਨਾਂ ਕੋਲੋਂ ਇਸਲਾਮ ਧਰਮ ਹੀ ਸਭ ਤੋਂ ਚੰਗਾ ਧਰਮ ਹੈ ਤੇ ਇਸਲਾਮ ਧਰਮ ਦੀ ਸੋਭਾ ਲਿਖਾਈ ਜਾਵੇ। ਤੇ ਗੁਰੂ ਦੇ ਖਿਲਾਫ ਹੋਰ ਵੀ ਚੁਗਲੀਆਂ ਕਰਕੇ ਜਹਾਂਗੀਰ ਨੂੰ ਭੜਕਾਣਾ ਕੀਤਾ। ਫਿਰ ਜਹਾਂਗੀਰ ਨੇ ਗੁਰੂ ਜੀ ਨੂੰ ਸੰਮਣ ਭੇਜੇ, ਜਿਵੇਂ
ਬਈ ਆ ਕੇ ਸਾਡੇ ਕੋਲ ਮਿਲੋ, ਸਾਡੇ ਪੇਸ਼ ਹੋਵੋ। ਪਰ ਗੁਰੂ ਜਾਨੀ ਜਾਣ ਮਾਲਕ ਸਮਾਂ ਵਿਚਾਰਦੇ ਹੋਏ ਜਹਾਂਗੀਰ ਨੂੰ ਮਿਲਣ ਤੋਂ ਪਹਿਲਾਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਤੇ ਬਿਠਾ ਗਏ ਸਨ, ਕਿਉਂਕਿ ਗੁਰੂ ਨੂੰ ਪਤਾ ਸੀ ਸਮੇਂ ਦਾ। ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੱਦੀ ਤੇ ਬਿਠਾ ਗਏ ਤੇ ਜਹਾਂਗੀਰ ਨੂੰ ਜਾ ਕੇ ਮਿਲੇ। ਤੇ ਜਹਾਂਗੀਰ ਨੇ ਫਿਰ ਗੁਰੂ ਜੀ ਨੂੰ ਇਹ ਕਿਹਾ ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਬਣਾਈ ਹੈ, ਇਹਦੇ ਵਿੱਚ ਇਸਲਾਮ ਧਰਮ ਸਭ ਤੋਂ ਚੰਗਾ ਧਰਮ ਹੈ, ਵੀ ਇਹ ਲਿਖ ਦਿਓ। ਗੁਰੂ ਜੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ, ਇਸ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ, ਇੱਥੇ ਕੋਈ ਨੀਵਾਂ ਨਹੀਂ। ਭਗਤ ਰਵਿਦਾਸ ਜੀ, ਕਬੀਰ ਜੀ, ਸਭ ਨੂੰ ਇੱਕ ਸਮਾਨ ਦਾ ਦਰਜਾ ਦਿੱਤਾ ਗਿਆ ਹੈ, ਕੋਈ ਨੀਵਾਂ, ਕੋਈ ਵੱਡਾ, ਕੋਈ ਛੋਟਾ ਨਹੀਂ। ਇਸ ਵਿੱਚ ਕਿਸੇ ਦੀ ਸੋਭਾ ਨਹੀਂ ਲਿਖੀ ਜਾ ਸਕਦੀ ਅਕਾਲ ਪੁਰਖ ਤੋਂ ਸਿਵਾ। ਜਹਾਂਗੀਰ ਕਹਿਣ ਲੱਗਿਆ ਨਹੀਂ ਲਿਖ ਸਕਦੇ, ਕਹਿੰਦੇ ਨਹੀਂ। ਫਿਰ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਲਓ, ਕਹਿੰਦੇ ਨਹੀਂ ਇਹ ਵੀ ਨਹੀਂ ਹੋ ਸਕਦਾ, ਇਸ ਸੰਗਤ ਦਾ ਹੁਕਮ ਹੈ। ਕਹਿਣ ਲੱਗਿਆ ਜਹਾਂਗੀਰ ਕਹਿਣ ਲੱਗਿਆ ਫਿਰ ਤੁਹਾਨੂੰ ਐਸੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇਗਾ, ਕਦੇ ਸੋਚਿਆ ਨਹੀਂ ਹੋਵੇਗਾ। ਪਰ ਗੁਰੂ ਜੀ ਕਹਿਣ ਲੱਗੇ ਜੋ ਕਰਨਾ ਹੈ ਕਰ ਲੈ, ਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੋਈ ਹੋਰ ਤੇਰੇ ਕਹੇ ਤੇ ਪੰਕਤੀ ਲਿਖਣੀ ਹੈ ਤੇ ਨਾ ਹੀ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਾ ਹੈ। ਹੋਰ ਹੋਇਆ ਕਿ ਜਹਾਂਗੀਰ ਨੇ ਫਿਰ ਚੰਦੂ ਦੇ ਹਵਾਲੇ ਗੁਰੂ ਜੀ ਨੂੰ ਕੀਤਾ ਤੇ ਚੰਦੂ ਤੇ ਅੱਗੇ ਇਹ ਚਾਹੁੰਦਾ ਸੀ ਵੀ ਮੈਂ ਕਿਸੇ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਕੇ ਤੇ ਆਪਣਾ ਬਦਲਾ ਲਵਾਂ। ਅੱਗੇ ਹੀ ਸੜ ਰਿਹਾ ਸੀ ਅੰਦਰੋਂ ਅੰਦਰੀ ਵੀ ਮੇਰੀ ਧੀ ਦਾ ਰਿਸ਼ਤਾ ਮੋੜਿਆ ਹੈ। ਹੋਇਆ ਕਿ ਜਦੋਂ ਪਹਿਲੇ ਦਿਨ ਚੰਦੂ ਨੇ ਆਪਣੇ ਹਵੇਲੀ ਦੇ ਵਿੱਚ ਗੁਰੂ ਜੀ ਨੂੰ ਕੈਦ ਕੀਤਾ ਨਾ, ਤੇ ਕਹਿ ਦਿੱਤਾ ਬਈ ਇਹਨਾਂ ਨੂੰ ਨਾ ਖਾਣ ਨੂੰ ਨਾ ਪੀਣ ਨੂੰ ਦੇਣਾ ਹੈ ਤੇ ਨਾ ਹੀ ਸੌਣ ਦੇਣਾ, ਸੌਣ ਵੀ ਨਹੀਂ ਦੇਣਾ, ਉਹ ਨੀਂਦਰੇ ਰੱਖਣਾ ਹੈ। ਪਹਿਲੇ ਦਿਨ ਸਾਰੀ ਰਾਤ ਗੁਰੂ ਜੀ ਸਮਾਧੀ ਵਿੱਚ ਲੀਨ। ਦੂਸਰਾ ਦਿਨ ਹੋਇਆ, ਫਿਰ ਚੰਦੂ ਆਇਆ, ਆ ਕੇ ਸਵਾਲ ਕੀਤਾ ਮੇਰੀ ਧੀ ਦਾ ਰਿਸ਼ਤਾ ਲੈ ਲਓ। ਗੁਰੂ ਜੀ ਕਹਿੰਦੇ ਇਹ ਨਹੀਂ ਹੋ ਸਕਦਾ। ਫਿਰ ਗੁਰੂ ਜੀ ਨੂੰ ਉਬਲਦੇ ਹੋਏ ਦੇਗ ਦੇ ਵਿੱਚ ਪਾਣੀ ਦੇ ਵਿੱਚ ਬਿਠਾਇਆ ਗਿਆ। ਉਬਲਦੇ ਹੋਏ ਪਾਣੀ ਦੇ ਵਿੱਚ ਬਿਠਾਇਆ ਗਿਆ, ਸਾਰਾ ਸਰੀਰ ਗੁਰੂ ਜੀ ਦਾ ਛਾਲੇ ਛਾਲੇ ਹੋ ਗਿਆ। ਪਰ ਗੁਰੂ ਜੀ ਅਡੋਲ ਬੈਠੇ ਨੇ ਤੇ ਮੁਖ ਵਿੱਚੋਂ ਇਹੀ ਉਚਾਰ ਰਹੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ। ਦੂਸਰਾ ਦਿਨ ਹੋਇਆ, ਫਿਰ ਗੁਰੂ ਜੀ ਨੂੰ ਤੱਤੀ ਤਵੀ ਤੇ ਵੀ ਬਿਠਾਇਆ ਗਿਆ। ਤੱਤੀ ਤਵੀ ਐਨ ਥੱਲੇ ਅੱਗ ਬਾਲ ਕੇ ਐਨ ਲਾਲ ਸੂਹੀ ਕਰ ਲਈ। ਆਪਾਂ ਦੇਖਦੇ ਹਾਂ ਨਾ ਕਈ ਵਾਰੀ ਪ੍ਰਸ਼ਾਦੇ ਪਕਾਉਂਦੇ ਆ, ਤਵੇ ਨੂੰ ਮਾੜਾ ਜਿਹਾ ਹੱਥ ਲੱਗ ਜਾਵੇ ਤੇ ਸਾੜ ਕੇ ਰੱਖ ਦਿੰਦਾ ਹੈ, ਸਾੜ ਕੇ ਰੱਖ ਦਿੰਦਾ ਹੈ। ਉਹ ਨਾ ਫੌਜੀ, ਇੱਕ ਨਾ ਫੌਜ ਦੇ ਵਿੱਚ ਫੌਜੀ ਰਲ ਕੇ ਨਾ ਫੌਜ ਦੇ ਵਿੱਚ ਪ੍ਰਸ਼ਾਦੇ ਬਣਾ ਰਹੇ ਸਨ। ਪ੍ਰਸ਼ਾਦੇ ਬਣਾ ਰਹੇ, ਇੱਕ ਬੜਾ ਸਿਮਰਨ ਭਗਤੀ ਕਰਨ ਵਾਲਾ ਫੌਜੀ, ਉਹ ਕਹਿਣ ਲੱਗਿਆ ਆ ਸਾਡੇ ਗੁਰੂ ਨੇ ਐਸੀ ਕੁਰਬਾਨੀ ਕੀਤੀ, ਤੱਤੀ ਤਵੀ ਤੇ ਬੈਠੇ, ਇਹਨਾਂ ਦਿਨਾਂ ਵਿੱਚ ਇੰਨੀ ਗਰਮੀ ਪਾ ਰਹੀ ਹੈ। ਤੇ ਉਹਨਾਂ ਦਾ ਜੋ ਅਫਸਰ ਸੀ ਵੱਡਾ, ਉਹ ਕਹਿਣ ਲੱਗਿਆ ਕਿਉਂ ਝੂਠ ਬੋਲਦੇ ਹੋ, ਤੱਤੀ ਤਵੀ ਤੇ ਕਿਵੇਂ ਬਹਿ ਸਕਦੇ ਨੇ, ਤਵੇ ਉੱਤੇ ਹੱਥ ਲੱਗ ਜਾਵੇ ਸਾੜ ਕੇ ਰੱਖ ਦਿੰਦਾ ਹੈ। ਉਹਨਾਂ ਦਾ ਅਫਸਰ ਕਹਿਣ ਲੱਗਿਆ, ਵੱਡਾ ਕਹਿਣ ਲੱਗਿਆ ਕਿਉਂ ਝੂਠ ਬੋਲਦੇ ਹੋ, ਤਵੀ ਤੇ ਕਿਵੇਂ ਬਹਿ ਸਕਦੇ ਨੇ। ਉਹ ਬੜੀ ਭਗਤੀ ਸਿਮਰਨ ਕਰਨ ਵਾਲਾ ਸੀ, ਉਹਨੇ ਕੀ ਕੀਤਾ, ਛਾਲ ਮਾਰੀ ਤੇ ਤਵੀ ਤੇ ਬੈਠ ਗਿਆ। ਕਹਿੰਦਾ ਇੱਦਾਂ ਬੈਠੇ ਸੀ ਗੁਰੂ ਜੀ। ਉਹ ਦੂਜਿਆਂ ਨੇ ਫਟਾਫਟ ਤਵੀ ਤੋਂ ਖਿੱਚਿਆ, ਉਹਦੀਆਂ ਲੱਤਾਂ ਤੇ ਸੜ ਗਈਆਂ, ਪਰ ਕਹਿੰਦਾ ਇੱਦਾਂ ਬੈਠੇ ਸੀ ਸਾਡੇ ਗੁਰੂ ਜੀ।
ਉਹ ਫੌਜੀ ਉਹਨਾਂ ਦਾ ਜਿਹੜਾ ਅਫਸਰ ਸੀ ਉਹ ਵੀ ਕਹਿਣ ਲੱਗਿਆ, ਧੰਨ ਹੈ ਗੁਰਸਿੱਖ ਤੇ ਧੰਨ ਗੁਰੂ। ਇਹ ਗੁਰਸਿੱਖੀ ਬੜੀ ਅਮੋਲਕ ਹੈ। ਤੇ ਹੋਇਆ ਕਿ ਫਿਰ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ ਗਿਆ, ਉੱਤੋਂ ਸੀਸ ਦੇ ਵਿੱਚ ਗਰਮ ਰੇਤਾਂ ਪਾਈ ਗਈ, ਇੱਥੇ ਤੱਕ ਗਰਮ ਰੇਤ ਕਰਕੇ ਸੀਸ ਦੇ ਵਿੱਚ ਪਾਈ ਗਈ, ਤੱਤੀ ਤਵੀ ਤੇ ਬਿਠਾਇਆ ਗਿਆ। ਹਾਹਾਕਾਰ ਮਚੀ। ਸਾਈਂ ਮੀਆਂ ਮੀਰ ਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ, ਨੱਠਿਆ ਆਇਆ ਤੇ ਆ ਕੇ ਗੁਰੂ ਜੀ ਨੂੰ ਤਵੀ ਤੇ ਬੈਠਿਆ ਦੇਖ ਕੇ ਅੱਖਾਂ ਦੇ ਅੱਗੇ ਹੱਥ ਰੱਖ ਕੇ, ਦੇਖ ਨਹੀਂ ਹੁੰਦਾ, ਅੱਖਾਂ ਦੇ ਅੱਗੇ ਹੱਥ ਰੱਖ ਲਏ। ਕਹਿੰਦਾ, ਗੁਰੂ ਜੀ ਇਹ ਕੀ ਭਾਣਾ ਵਰਤਾ ਰਹੇ ਹੋ? ਮੈਨੂੰ ਹੁਕਮ ਕਰੋ। ਸਾਈਂ ਮੀਆਂ ਮੀਰ ਜੀ ਕਹਿਣ ਲੱਗੇ, ਮੈਨੂੰ ਹੁਕਮ ਕਰੋ, ਇੱਕ ਤਾੜੀ ਮਾਰਾਂ ਲਾਹੌਰ ਦੀ ਤੇ ਦਿੱਲੀ ਦੀ, ਇੱਟ ਨਾ ਇੱਟ ਖੜਕਾ ਦਿਆਂ। ਤੇ ਸਾਈਂ ਮੀਆਂ ਮੀਰ ਜੀ ਨੂੰ ਇੱਦਾਂ ਦੇਖ ਕੇ ਗੁਰੂ ਜੀ ਕਹਿਣ ਲੱਗੇ, ਸਾਈਂ ਜੀ ਇਹ ਤੁਹਾਡੇ ਕੋਲ ਇਹ ਸ਼ਕਤੀ, ਇਹ ਪਾਵਰ ਆਈ ਕਿੱਥੋਂ ਹੈ? ਸਾਈਂ ਮੀਆਂ ਮੀਰ ਜੀ ਕਹਿਣ ਲੱਗੇ, ਤੁਹਾਡੀ ਸੁਖਮਣੀ ਪੜ੍ਹ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਖਮਣੀ ਪੜ੍ਹ ਕੇ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਤੁਹਾਨੂੰ ਸੁਖਮਣੀ ਪੜ੍ਹ ਕੇ ਇਹ ਪਾਵਰ, ਇਹ ਤਾਕਤ, ਇਹ ਸ਼ਕਤੀ ਮਿਲੀ ਹੈ। ਤੇ ਜਿਹਨੇ ਸੁਖਮਣੀ ਉਚਾਰਨ ਕੀਤੀ ਹੈ ਉਹ ਕਿੰਨੀ ਪਾਵਰ ਵਾਲਾ ਹੈ। ਕਰਨ ਨੂੰ ਅਸੀਂ ਸਭ ਕੁਝ ਕਰ ਸਕਦੇ ਹਾਂ, ਪਰ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਹੈ। ਆਉਣ ਵਾਲੀ ਪੀੜ੍ਹੀ ਨੂੰ ਦੱਸ ਰਹੇ ਹਾਂ ਬਈ ਦੁੱਖ ਵਿੱਚ ਵੀ ਉਹਦਾ ਭਾਣਾ ਮਿੱਠਾ ਕਰਕੇ ਕਿਵੇਂ ਮੰਨਣਾ ਹੈ, ਉਹਦੇ ਭਾਣੇ ਵਿੱਚ ਰਹਿਣਾ ਹੈ। ਤੇ ਹੋਇਆ ਕਿ ਤਵੀ ਤੇ ਵੀ ਬਿਠਾਇਆ ਗਿਆ ਸੀ, ਇਸ ਵਿੱਚ ਗਰਮ ਰੇਤ ਵੀ ਪਾਈ ਗਈ। ਆਖਿਰਕਾਰ ਫਿਰ ਚੰਦੂ ਨੇ ਸੋਚਿਆ ਵੀ ਗੁਰੂ ਜੀ ਤੇ ਹਰੇ ਵੀ ਡੋਲੇ ਨਹੀਂ, ਅਡੋਲ ਨੇ। ਚੰਦੂ ਨੇ ਫਿਰ ਉਸ ਤੋਂ ਅਗਲੇ ਦਿਨ ਇੱਕ ਸਕੀਮ ਬਣਾਈ। ਕਹਿਣ ਲੱਗਿਆ, ਗਊ ਦਾ ਕੱਚਾ ਮਾਸ ਲਿਆ ਕੇ ਨਾ, ਗਊ ਦਾ, ਉਹਦੇ ਵਿੱਚ ਇਹਨਾਂ ਨੂੰ ਮੜ ਕੇ ਤੇ ਧੁੱਪੇ ਰੱਖਾਂਗੇ। ਜਿਉਂ-ਜਿਉਂ ਮਾਸ ਸੁੱਕੜੇਗਾ ਇਹਨਾਂ ਦੇ ਘੁੱਟ-ਘੁੱਟ ਕੇ ਤਕਲੀਫ ਹੋਵੇ, ਵੀ ਛਾਲੇ ਸਰੀਰ ਤੇ ਸਾਹ ਘੁੱਟ ਹੋਵੇਗਾ। ਜਦੋਂ ਗੁਰੂ ਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਗੁਰੂ ਜੀ ਨੇ ਫਿਰ ਸੋਚਿਆ, ਗੁਰੂ ਜੀ ਨੇ ਇਹ ਪ੍ਰਣ ਕੀਤਾ ਬਈ ਇਹ ਹਿੰਦੂ ਧਰਮ ਦੀ ਵੀ ਨਿਰਾਦਰੀ ਹੈ, ਗਊ ਹੱਤਿਆ ਹੈ, ਇਹ ਨਹੀਂ ਹੋਣ ਦੇਣੀ। ਫਿਰ ਗੁਰੂ ਜੀ ਨੇ ਚੰਦੂ ਨੂੰ ਕਿਹਾ ਵੀ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਹੈ। ਤੇ ਚੰਦੂ ਮੰਨ ਗਿਆ, ਕਿਉਂਕਿ ਪਤਾ ਸੀ ਸਰੀਰ ਛਾਲਿਆਂ ਨਾਲ ਭਰਿਆ, ਛਾਲਿਆਂ ਨਾਲ ਸਰੀਰ ਭਰਿਆ ਹੋਵੇ, ਉੱਤੇ ਪਾਣੀ ਦੀ ਬੂੰਦ ਪੈ ਜਾਵੇ ਨਾ ਤੇ ਬੜਾ ਦੁੱਖ ਹੁੰਦਾ ਹੈ। ਪਰ ਗੁਰੂ ਜੀ ਨੇ ਜਦੋਂ ਇਹ ਇੱਛਾ ਪ੍ਰਗਟ ਕੀਤੀ, ਚੰਦੂ ਕਹਿਣ ਲੱਗਾ, ਚੰਗਾ ਹੈ, ਇੰਨਾ ਸਰੀਰ ਛਾਲਿਆਂ ਨਾਲ ਭਰਿਆ, ਪਾਣੀ ਪਵੇਗਾ ਹੋਰ ਤਕਲੀਫ ਹੋਵੇਗੀ। ਪਰ ਉਹਨੂੰ ਕੀ ਪਤਾ ਸੀ ਵੀ ਇਹ ਤੇ ਲੋਕ ਪਰਲੋਕ ਦੇ ਮਾਲਕ ਨੇ, ਇਹਨਾਂ ਨੂੰ ਕੋਈ ਡੁਲਾ ਨਹੀਂ ਸਕਦਾ। ਆਖੋ ਸਤਨਾਮ ਸ੍ਰੀ। ਫਿਰ ਰਾਵੀ ਤੇ ਗੁਰੂ ਜੀ ਨੇ ਇਸ਼ਨਾਨ ਕੀਤਾ, ਸੰਗਤਾਂ ਨਾਲ ਬਚਨ ਬਿਲਾਸ ਕੀਤੇ ਤੇ ਫਿਰ ਅਕਾਲ ਪੁਰਖ ਸੱਚਖੰਡ ਦੇ ਵਿੱਚ ਜਾ ਵਿਰਾਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਨਸਾਨ ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ, ਮਰਦਾ ਹੈ, ਪਰ ਗੁਰੂ ਅੱਜ ਵੀ ਪਾਲਕੀ ਵਿੱਚ ਬੈਠੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਆਈਆਂ ਗਈਆਂ ਕਿਤੇ ਨਹੀਂ। ਇਨਸਾਨ ਆਉਂਦਾ ਹੈ, ਚਲਿਆ ਜਾਂਦਾ ਹੈ, ਪਰ 10 ਪਾਤਸ਼ਾਹੀਆਂ ਹੁਣ ਵੀ ਪਾਲਕੀ ਵਿੱਚ ਹਾਜ਼ਰ ਨਾਜ਼ਰ ਬੈਠੀਆਂ ਨੇ। ਸੋ ਸਤਿਗੁਰੂ ਜੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਉਚਾਰਨ ਕੀਤੀ। ਅੱਜ ਪੜ੍ਹਦੇ ਆ ਨਾ, ਸੁੱਖਾਂ ਦੀ ਮਣੀ, ਸੁੱਖਾਂ ਦੀ ਮਣੀ ਹੈ ਸੁਖਮਨੀ। ਸਭ ਨਾਲੋਂ ਵੱਧ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ। ਤੇ ਜਿੰਨੀ ਬਾਣੀ ਪੜ੍ਹੋਗੇ ਆਨੰਦ ਆਉਂਦਾ ਹੈ। ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ, ਹੋਰ ਰਸ ਵੱਧਦਾ ਜਾਂਦਾ ਹੈ। ਸੋ ਆਓ ਸਾਰੇ ਮਿਲ ਕੇ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਪੜ੍ਹ ਕੇ ਫਿਰ ਸਹਿਜ ਪਾਠ ਸਾਹਿਬ ਦੇ ਭੋਗ ਵੀ ਪਾਏ ਜਾਣਗੇ।